ਗਿਆਨ ਕਾ ਸਾਗਰ ਚੈਨਲ ਦੀ ਤਰਫੋਂ ਸ਼ੁਕਰਗੁਜ਼ਾਰ ਹਾਂ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਦਾ। ਸੋ ਪਿਆਰਿਓ, ਕਥਾ ਧਰੂਮ ਭਗਤ ਭਾਗ 5ਵਾਂ ਲੈ ਕੇ ਹਾਜ਼ਰ ਹੋਏ ਹਾਂ। ਸੋ ਪਿਆਰਿਓ, ਚੌਥੇ ਭਾਗ ਦੇ ਵਿੱਚ ਆਪਾਂ ਨੇ ਸੁਣਿਆ ਕਿ ਜੋ ਕਿ ਇੰਦਰ ਦੇਵਤਾ ਜੀ ਨੇ ਧਰੂਮ ਜੀ ਦੀ ਬੰਦਗੀ ਭਗਤੀ ਭੰਗ ਕਰਨੇ ਦੇ ਲਈ ਆਪਣੇ ਇੱਕ ਦੈਂਤ ਨੂੰ ਭੇਜਿਆ, ਲੇਕਿਨ ਦੈਂਤ ਨੇ ਦੇਖਿਆ ਕਿ ਇਸ ਬੱਚੇ ਨੂੰ ਕਿਵੇਂ ਇਹਦੀ ਭਗਤੀ ਭੰਗ ਕੀਤੀ ਜਾਵੇ। ਹੁਣ ਧਰੂਮ ਦੀ ਮਾਤਾ ਦਾ ਭੇਸ ਬਣਾ ਕੇ ਮਿੰਨਤਾਂ ਤਰਲੇ ਕੀਤੇ, ਪਰ ਧਰੂਮ ਜੀ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ, ਅੱਖਾਂ ਨਹੀਂ ਖੋਲ੍ਹੀਆਂ। ਤਾਂ ਜਿਸ ਵੇਲੇ ਉਹ ਦੈਂਤ ਅੱਕ ਗਿਆ, ਥੱਕ ਗਿਆ, ਤਾਂ ਹੁਣ ਉਸ ਦੈਂਤ ਨੂੰ ਗੁੱਸਾ ਆ ਗਿਆ। ਗੁੱਸੇ ਦੇ ਵਿੱਚ ਉਸ ਦੈਂਤ ਨੇ ਹੁਣ ਆਪਣੇ ਅਸਲੀ ਰੂਪ ਦੇ ਵਿੱਚ ਆ ਕੇ, ਦੈਂਤ ਦੇ ਰੂਪ ਦੇ ਵਿੱਚ ਆ ਕੇ ਉੱਚੀ ਉੱਚੀ ਗਰਜਣਾ ਸ਼ੁਰੂ ਕੀਤਾ। ਉੱਚੀ ਉੱਚੀ ਗਰਜਦਾ, ਲੇਕਿਨ ਉਹਦੇ ਗਰਜਣ ਦਾ ਵੀ ਧਰੂਮ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਆਪਣੇ ਉਸੇ ਤਰੀਕੇ ਦੇ ਨਾਲ ਸਮਾਧੀ ਦੇ ਵਿੱਚ ਲੀਨ ਬੈਠਾ ਹੈ, ਲੇਕਿਨ ਉਸ ਦਾ ਧਿਆਨ ਕਿਸੇ ਪਾਸੇ ਵੱਲ ਵੀ ਨਹੀਂ ਹੈ। ਲੇਕਿਨ ਜਿਸ ਵੇਲੇ ਉਸ ਦੈਂਤ ਨੇ ਆਪਣੀ ਬੜੀ ਕੋਸ਼ਿਸ਼ ਕੀਤੀ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਫਲ ਨਹੀਂ ਹੋ ਸਕਿਆ। ਧਰੂਮ ਜੀ ਨੇ ਅੱਖਾਂ ਨਹੀਂ ਖੋਲ੍ਹੇ, ਉਹਦੇ ਤੱਕ ਵੱਲ ਦੇਖਿਆ ਤੱਕ ਨਹੀਂ, ਤਾਂ ਹੁਣ ਗੁੱਸੇ ਦੇ ਨਾਲ ਖੜਗ ਲੈ ਕੇ ਭੱਜ ਪਿਆ। ਕਦੀ ਉੱਧਰ ਨੂੰ ਚੱਲ ਜਾਂਦਾ, ਕਦੀ ਉੱਧਰ ਨੂੰ ਚੱਲ ਜਾਂਦਾ। ਮਨ ਦੇ ਵਿੱਚ ਇਹ ਹੈ ਕਿ ਹੁਣ ਧਰੂਮ ਦਾ ਕਤਲ ਕਰ ਦੇਣਾ। ਸੋ ਪਿਆਰਿਓ, ਜਿਸ ਮਾਲਕ ਦੀ ਇਬਾਦਤ ਲਈ ਕੋਈ ਬੈਠਦਾ ਹੈ, ਮਾਲਕ ਨੂੰ ਵੀ ਇਸ ਗੱਲ ਦਾ ਭੇਦ ਹੁੰਦਾ। ਉਹ ਆਪਣੇ ਇਬਾਦਤ ਕਰਨ ਵਾਲਿਆਂ ਦੀ ਰਾਖੀ ਵੀ ਕਰਦਾ ਹੈ। ਇਸੇ ਤਰ੍ਹਾਂ ਖੜਗ ਲੈ ਕੇ ਜ਼ੋਰ ਦੀ ਭੱਜ ਕੇ ਆਉਂਦਾ ਧਰੂਮ ਵੱਲ ਨੂੰ, ਤਾਂ ਕੀ ਦੇਖਿਆ ਕਿ ਧਰੂਮ ਦੇ ਕੋਲ ਹਰੀ ਵਿਸ਼ਨੂੰ ਜੀ ਖੜੇ ਨੇ ਚੱਕਰ ਲੈ ਕੇ। ਜਿਸ ਵੇਲੇ ਇਹ ਦੇਖਿਆ, ਪਿੱਛੇ ਨੂੰ ਭੱਜ ਗਿਆ। ਭੱਜ ਕੇ ਜਾ ਕੇ ਇੰਦਰ ਦੇਵਤੇ ਨੂੰ ਦੱਸਿਆ ਕਿ ਉਸ ਧਰੂਮ ਦੀ ਰਾਖੀ ਹਰੀ ਵਿਸ਼ਨੂੰ ਜੀ ਕਰਦੇ ਨੇ। ਹਰੀ ਵਿਸ਼ਨੂੰ ਜੀ ਉਹਦੇ ਹਰ ਵੇਲੇ ਅੰਗ ਸੰਗ ਰਹਿੰਦੇ ਨੇ। ਅਸੀਂ ਉਸ ਧਰੂਮ ਦੀ ਭਗਤੀ ਭੰਗ ਨਹੀਂ ਕਰ ਸਕਦੇ। ਜਿਸ ਵੇਲੇ ਇਹ ਗੱਲ ਹੁਣ ਇੰਦਰ ਦੇਵਤੇ ਨੇ ਸੁਣੀ, ਹੁਣ ਭਾਈ ਇੰਦਰ ਦੇਵਤਾ ਵੀ ਵਿਚਾਰ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਧਰੂਮ ਜੀ ਦੀ ਭਗਤੀ ਭੰਗ ਹੋਣੀ ਚਾਹੀਦੀ ਹੈ। ਕੀ ਕੀਤਾ ਜਾਵੇ? ਹੁਣ ਇਸੇ ਤਰ੍ਹਾਂ ਆਪਣੇ ਦਰਬਾਰ ਦੀਆਂ ਕੁਝ ਪਰੀਆਂ, ਲੇਕਿਨ ਜਿਨ੍ਹਾਂ ਨੂੰ 2-3 ਪਰੀਆਂ ਜੋ ਨਿਰਤ ਕਰਿਆ ਕਰਦੀਆਂ ਸੀ, ਉਹਨਾਂ ਨੂੰ ਭੇਜਿਆ ਕਿ ਧਰੂਮ ਨੂੰ ਭਗਤੀ ਤੋਂ ਉਠਾਲਿਆ ਜਾਵੇ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਰੂਮ ਨੂੰ ਭਗਤੀ ਤੋਂ ਉਠਾਲਿਆ ਜਾਵੇ। ਹੁਣ ਉਹਨਾਂ ਨੇ ਵੀ ਆ ਕੇ ਆਪਣੀ ਕੋਸ਼ਿਸ਼ ਕਰਨੀ ਸ਼ੁਰੂ ਕੀਤੀ, ਬੜੇ ਅਡੰਬਰ ਕੀਤੇ, ਲੇਕਿਨ ਭਾਈ ਧਰੂਮ ਦੀ ਜਿੱਥੇ ਲੱਗੀ ਹੋਈ ਆ, ਬਿਲਕੁਲ ਅਡੋਲ ਬੈਠੇ ਨੇ। ਕੋਈ ਫਿਕਰ ਨਹੀਂ, ਕੋਈ ਰੌਲਾ ਪਾਈ ਜਾਵੇ, ਕੋਈ ਨਾ ਰੌਲਾ ਪਾਈ ਜਾਵੇ, ਕੋਈ ਕੁਛ ਹੋਈ ਜਾਵੇ, ਨਾ ਹੋਈ ਜਾਵੇ, ਪਰ ਉਹ ਹੁਣ ਆਪਣੇ ਧਿਆਨ ਦੇ ਨਾਲ ਇਸੇ ਤਰ੍ਹਾਂ ਧਰੂਮ ਜੀ ਧਿਆਨ ਦੇ ਵਿੱਚ ਬੈਠੇ ਬੈਠੇ ਇੱਧਰ ਨੂੰ ਕਿਸੇ ਪਾਸੇ ਵੱਲ ਨੂੰ ਧਿਆਨ ਨਹੀਂ। ਲੇਕਿਨ ਜਿਸ ਵੇਲੇ ਉਹਨਾਂ ਅਫਸਰਾਂ ਨੇ, ਪਰੀਆਂ ਨੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ, ਥੱਕ ਹਾਰ ਕੇ ਉਹ ਵੀ ਚਲੀਆਂ ਗਈਆਂ। ਇੰਦਰ ਦੇਵਤੇ ਨੂੰ, ਜਿਸ ਵੇਲੇ ਇੰਦਰ ਦੇਵਤੇ ਨੂੰ ਇਹ ਸਾਰਾ ਕੁਝ ਦੱਸਿਆ,
कि वो भी फेल हो के चलियां गईयां। तो हुण इंद्र देवता देखदा कि हरि विष्णु जी ਉਹਦੇ राखे ने, लेकिन हुण इंद्र देवता जी अगली अपनी ब्योंत बनाउण लगे ने। इंद्र देवता जी कुछ अपने दरबारियां नूं कुछ रिशियां नूं नाल लैके हुण खीर समुंदर ते चले जाते ने। खीर समुंदर ते जाके हरि विष्णु जी नूं याद करते ने, उन्हां दे चरनां दे विच प्रार्थना, उन्हां दे चरनां दे विच डंडौत वंदना करते ने कि हे हरि विष्णु जी, असीं मुश्किल ਜਿਹੀ ਦੇ ਵਿੱਚ फसे हुए हैं। सानू कोई समझ नहीं लगती कि एक बच्चे नूं जो कि धरूम है ਉਹਨੂੰ ਉਹਦੀ इबादत ਉਹਦੀ भगती किवें भंग कीती जावे, ਉਹਨੂੰ किवें भगती तो उठालिया जावे। और असी कई अडंबर कर बैठे हाँ, लेकिन फेल हो चुके हैं। साडा कोई भी चारा चलता नहीं। किरपा करके साडे ते किरपा करो और इस धरूम दी भगती जो है उन्हों भंग किया जावे। लेकिन क्योंकि मैनू मेरे राज का खतरा है, जिस वेले अरदास बेनती हरि विष्णु जी के चरणों के विच इंद्र देवता जी बाकी उहदे दरबारी ऋषि मुनि कर रहे ने हरि विष्णु जी के चरणों के विच, हरि विष्णु जी ने उन्हां दी प्रार्थना नूं स्वीकार किया। स्वीकार करके प्रगट होंदे ने, प्रगट हो के जो कि इंद्र देवते दे नाल गल करते हैं कि इंद्र जो कि धरूम इबादत कर रहा है, ਉਹਦੀ इबादत का तुहानू कोई खतरा नहीं है, लेकिन धरूम तेरे राज नू नहीं लवेगा। तेनू अपने राज का फिक्र करने की जरूरत नहीं, क्योंकि धरूम इधर नू नहीं देखेगा। धरूम तो सिर्फ मालिक के चरणों के नाल मेरे चरणों के नाल प्रेम करता है, और उन्होंने किसी भी गल दे नाल कोई मतलब नहीं है। इसी तरह इंद्र देवता अपने सारे साथियों नूं नाल लैके अपनी इंद्रपुरी दे विच वापस आ जाते ने। उधर हुण इंद्र देवता जी तो अपने दरबार च आ जाते ने, अपनी इंद्रपुरी दे विच आ जाते ने, ते हरि विष्णु जी उस मधुबन दे विच पहुँच जाते ने जिथे धरूम जी भगती लई बैठे आ। धरूम जी की भगती तो उन्होंने उठालण दे लई बड़ा कोशिश की। दीनबंधु जी ने, अंतरजामी जी ने बड़े प्यार दे नाल बड़े सत्कार दे नाल उन्हां दे नेत्र खोलण लई बेनती की। कहा कि पुत्र तेरी भगती पूर्ण हो गई है, नेत्र खोल। लेकिन हुण भाई धरूम जी दी जिथे लगी हुई आ वो बस उस तरीके दे नाल इबादत दे विच लीन बैठे आ। सो प्यारिओ हुण भगवान जी धरूम जी नूं किवें इबादत तो उठालदे ने। सो प्यारिओ इसी तरह आपां ने अगले भाग दे विच इस कथा नूं सुनना है। सो प्यारिओ क्योंकि भगवान जी ने बड़े प्यार दे नाल धरूम जी नूं इबादत तो उठालण दे लई किहड़ा अडंबर करना है, किस तरीके दे नाल उठालना है, अगले भाग दे विच सुणांगे। सो प्यारिओ इस चैनल ते जिहड़े मेरे सत्कारयोग वीर नवें आ उन्हां नूं बेनती कि इस चैनल नूं सबसक्राइब जरूर करना, वीडियो लाइक करनी है, कमेंट करके जरूर दसना कि ये धरूम भगत जी की कथा किहो जी है। सो प्यारिओ
ਇਸ ਭਾਗ ਦੇ ਵਿੱਚ ਹੋਈਆਂ ਗਲਤੀਆਂ ਗੁਸਤਾਖੀਆਂ ਦੀ ਮਾਫੀ ਦੇਣੀ ਆ ਅਤੇ ਆਉਣ ਵਾਲੇ ਭਾਗ ਤੱਕ ਲਈ ਰੱਬ ਰਾਖਾ ਰੱਬ ਰਾਖਾ ਰੱਬ ਰਾਖਾ।